ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 577 ਤੋਂ ਲੈ ਕੇ 578 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਸ਼ਲੋਕ ਕਿਆ ਸੁਣੇਂਦੋ ਕੂੜ ਵੰਜਨ ਪਵਨ ਚੁਲਾਰਿਆ, ਨਾਨਕ ਸੁਣੀਅਰ ਤੇ ਪਰਵਾਨ, ਜੋ ਸੁਣੇਂਦੇ ਸੱਚ ਤਣੀ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਹੇ ਜੀਵੋ, ਸੰਸਾਰ ਦੇ ਪਦਾਰਥਾਂ ਬਾਰੇ ਕੀ ਸੋਚ ਰਹੇ ਹੋ? ਸੰਸਾਰ ਦੇ ਪਦਾਰਥਾਂ ਬਾਰੇ ਕੀ ਲੋਚ ਰਹੇ ਹੋ, ਕੀ ਸੁਣ ਰਹੇ ਹੋ? ਇਹ ਤਾਂ ਕਹਿੰਦੇ ਹਵਾ ਦੇ ਬੁੱਲੇ ਵਾਂਗ ਜਾਣ ਵਾਲੇ ਨੇ, ਇਹ ਬਹੁਤੀ ਦੇਰ ਨਹੀਂ ਟਿਕਣ ਵਾਲੇ। ਕਹਿੰਦੇ ਉਹੀ ਕੰਨ ਪ੍ਰਵਾਨ ਨੇ ਪਰਮਾਤਮਾ ਦੀ ਦਰਗਾਹ ਵਿੱਚ, ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਸੁਣਦੇ ਨੇ। ਸ਼ੰਤ ਤਿਨ ਕੋਲ ਕੁਮਾਈ, ਜਿਨ ਪ੍ਰਭ ਸਰਵਣੀ ਸੁਣਿਆ ਰਾਮ, ਸੇ ਸਹਿਜ ਸੁਹੇਲੇ, ਜਿਨ ਹਰ ਹਰ ਰਸਨਾ ਪਣਿਆ ਰਾਮ। ਕਹਿੰਦੇ ਮੈਂ ਉਹਨਾਂ ਤੋਂ ਵਾਰੇ ਜਾਵਾਂ, ਸਦਕੇ ਜਾਵਾਂ, ਜਿਨ੍ਹਾਂ ਨੇ ਆਪਣੇ ਕੰਨਾਂ ਰਾਹੀਂ ਉਸ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਸੁਣਿਆ ਹੈ। ਕਹਿੰਦੇ ਜਿਨ੍ਹਾਂ ਨੇ ਆਪਣੀ ਰਸਨਾ ਨਾਲ ਉਸ ਪਰਮੇਸ਼ਰ ਦਾ ਨਾਮ ਲਿਆ ਹੈ, ਉਹ ਸਦਾ ਹੀ ਸੁਖੀ ਰਹਿੰਦੇ ਨੇ ਅਤੇ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ। ਸੇ ਸਹਿਜ ਸੁਹੇਲੇ, ਗੁਣੇ ਅਮੋਲੇ, ਜਗਤ ਉਧਾਰਣ ਆਏ, ਭੈ ਬੋਹਿਤ ਸਾਗਰ ਪ੍ਰਭ ਚਰਨਾ, ਕੇਤੇ ਪਾਰ ਲੰਘਾਏ। ਉਹ ਜੀਵ ਕਹਿੰਦੇ ਜੋ ਪਰਮੇਸ਼ਰ ਦਾ ਨਾਮ ਜਪਦੇ ਨੇ, ਉਹ ਸਦਾ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ। ਉਹਨਾਂ ਦੇ ਵਿੱਚ ਬਹੁਤ ਗੁਣ ਆ ਜਾਂਦੇ ਨੇ ਪਰਮੇਸ਼ਰ ਵਾਲੇ, ਅਤੇ ਉਹ ਕਹਿੰਦੇ ਜਗਤ ਨੂੰ ਉਦਾਹਰਣ ਦੇ ਕਰਕੇ ਹੀ ਜਗਤ ਵਿੱਚ ਆਉਂਦੇ ਨੇ। ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ, ਹਮੇਸ਼ਾ ਆਤਮਿਕ ਅਡੋਲਤਾ 'ਚ ਟਿਕੇ ਰਹਿੰਦੇ ਨੇ, ਉਹਨਾਂ ਵਿੱਚ ਬੜੇ ਅਮੁੱਲੇ ਗੁਣ ਆ ਜਾਂਦੇ ਨੇ। ਉਹ ਕਹਿੰਦੇ ਜਗਤ ਦੇ ਵਿੱਚ ਉਧਾਰ ਕਰਨ ਸਦਕਾ ਹੀ ਇਸ ਸੰਸਾਰ 'ਤੇ ਆਏ ਹੁੰਦੇ ਨੇ। ਉਹ ਕਹਿੰਦੇ ਉਹ ਪਰਮੇਸ਼ਰ ਜਿਹਦੇ ਚਰਨ ਦੇ ਨਾਲ ਜਦੋਂ ਜੁੜੀਏ ਤਾਂ ਇਸ ਸੰਸਾਰ ਸਾਗਰ ਨੂੰ ਤਰ ਜਾਈਦਾ। ਉਹ ਫਿਰ ਆਪ ਵੀ ਪਰਮੇਸ਼ਰ ਦੇ ਚਰਨਾਂ ਨਾਲ ਜੁੜਦੇ ਨੇ, ਹੋਰ ਸੰਸਾਰ ਦੇ ਜੀਵਾਂ ਨੂੰ ਚਰਨਾਂ 'ਚ ਪਰਮੇਸ਼ਰ ਦੇ ਜੋੜ ਕੇ ਇਸ ਭਵਜਲ ਤੋਂ ਪਾਰ ਲੰਘਾ ਲੈਂਦੇ ਨੇ। ਜਿਨ ਕੋ ਕਿਰਪਾ ਕਰੀ ਮੇਰੇ ਠਾਕੁਰ, ਤਿਨ ਕਾ ਲੇਖਾ ਨਾ ਗਣਿਆ, ਕਹੋ ਨਾਨਕ ਤਿਸ ਕੋਲ ਕੁਮਾਈ, ਜਿਨ ਪ੍ਰਭ ਸਰਵਣੀ ਸੁਣਿਆ। ਫਿਰ ਨਾਨਕ ਜੀ ਕਹਿੰਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਦੀ ਸਿਫਤ ਸਲਾਹ ਆਪਣੇ ਕੰਨਾਂ ਰਾਹੀਂ ਸੁਣੀ ਆ, ਮੈਂ ਉਹਨਾਂ ਤੋਂ ਸਦਕੇ ਹਾਂ। ਜਿਨ੍ਹਾਂ 'ਤੇ ਪਰਮੇਸ਼ਰ ਨੇ ਆਪ ਕਿਰਪਾ ਕੀਤੀ, ਉਹਨਾਂ ਦੇ ਕਰਮਾਂ ਦਾ ਲੇਖਾ ਲਿਖਣਾ ਪਰਮੇਸ਼ਰ ਨੇ ਛੱਡ ਦਿੱਤਾ। ਸ਼ਲੋਕ ਲੋਇਣ ਲੋਈ ਡਿੱਠ, ਪਿਆਸ ਨ ਬੂਝੈ ਮੂੰਹ ਕਣੀ, ਨਾਨਕ ਸੇ ਅਖੜੀਆਂ ਬਿਆਨ, ਜਿਨੀ ਦਿਸੰਦੋ ਮਾਂ ਫਿਰੀ। ਕਹਿੰਦੇ ਇਸ ਸੰਸਾਰ ਦੇ ਪਦਾਰਥਾਂ ਨੂੰ, ਮਾਇਆ ਨੂੰ ਦੇਖ ਦੇਖ ਕੇ ਮੇਰੀ ਪਿਆਸ ਬੁਝੀ ਨਹੀਂ ਹੈ, ਸਗੋਂ ਵੱਧਦੀ ਜਾਂਦੀ ਹੈ ਸੰਸਾਰਕ ਪਦਾਰਥਾਂ ਲਈ ਅਤੇ ਮਾਇਆ ਲਈ। ਕਹਿੰਦੇ ਉਹ ਅੱਖਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਜਿਨ੍ਹਾਂ ਨੇ ਉਸ ਪਰਮੇਸ਼ਰ ਦਾ ਦੀਦਾਰ ਪਾ ਲਿਆ। ਉਹਨਾਂ ਅੱਖਾਂ ਨੂੰ ਸੰਸਾਰਕ ਪਦਾਰਥਾਂ ਦੀ ਲਾਲਸਾ ਨਹੀਂ ਰਹਿੰਦੀ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ। ਸ਼ੰਤ ਜਿਨੀ ਹਰ ਪ੍ਰਭ ਡਿੱਠਾ, ਤਿਨ ਕੁਰਬਾਣੇ ਰਾਮ, ਸੇ ਸਾਚੀ ਦਰਗਹਿ ਪਾਣੇ ਰਾਮ। ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਦੀਦਾਰ ਕਰ ਲਿਆ, ਉਹਨਾਂ ਤੋਂ ਮੈਂ ਸਦਕੇ ਜਾਵਾਂ। ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ
ਕਬੂਲ ਹੋ ਜਾਂਦੇ ਨੇ, ਉਹ ਸਤਿਕਾਰੇ ਜਾਂਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ ਪਰਮੇਸ਼ਰ ਦੀ ਦਰਗਾਹ ਦੇ ਵਿੱਚ। ਠਾਕੁਰ ਮਾਨੇ ਸੇ ਪਰਦਾਨੇ, ਹਰ ਸੇਤੀ ਰੰਗ ਰਾਤੇ, ਹਰ ਰਸੈ ਅਘਾਏ ਸਹਿਜ ਸਮਾਏ, ਘਟ ਘਟ ਰਮਈਆ ਜਾਤੇ। ਜਿਹੜੇ ਜੀਵ ਕਹਿੰਦੇ ਪਰਮੇਸ਼ਰ ਨੂੰ ਭਾ ਗਏ ਉਹੀ ਪ੍ਰਧਾਨ ਨੇ, ਉਹ ਹਮੇਸ਼ਾ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ। ਉਹ ਪ੍ਰੇਮ ਰੰਗ ਵਿੱਚ ਰੰਗ ਕੇ ਮਾਇਆ ਵੱਲੋਂ ਤ੍ਰਿਪਤ ਹੋ ਜਾਂਦੇ ਨੇ, ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਨੇ ਅਤੇ ਹਰ ਇੱਕ ਘਟ ਦੇ ਵਿੱਚ ਪਰਮੇਸ਼ਰ ਨੂੰ ਵਸਦਾ ਜਾਣਦੇ ਨੇ। ਸੇਈ ਸੱਜਣ ਸੰਤ ਸੇ ਸੁਖੀਏ, ਠਾਕੁਰ ਆਪਣੇ ਪਾਣੇ, ਕਹੋ ਨਾਨਕ ਜਿਨ ਹਰ ਪ੍ਰਭ ਡਿਠਾ, ਤਿਨ ਕੈ ਸਦ ਕੁਰਬਾਣੇ। ਕਹਿੰਦੇ ਜਿਹੜੇ ਪਰਮੇਸ਼ਰ ਨੂੰ ਭਾ ਜਾਂਦੇ ਨੇ ਉਹੀ ਸੱਜਣ ਨੇ, ਉਹੀ ਸੰਤ ਨੇ ਅਤੇ ਉਹੀ ਸੰਸਾਰ ਵਿੱਚ ਸੁਖੀ ਜੀਵਨ ਬਤੀਤ ਕਰਦੇ ਨੇ। ਨਾਨਕ ਜੀ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਦੀਦਾਰ ਕਰ ਲਿਆ ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਵਾਂ। ਸ਼ਲੋਕ ਦੇਹ ਅੰਧਾਰੀ ਅੰਧ ਸੁੰਜੀ, ਨਾਮ ਵਿਹੂਣੀਆਂ, ਨਾਨਕ ਸਫਲ ਜਨਮ, ਜੈ ਘਟ ਬੁੱਠਾ ਸਚ ਤਣੀ। ਕਹਿੰਦੇ ਜਿਹੜੇ ਜੀਵ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਪਰਮੇਸ਼ਰ ਦੇ ਨਾਮ ਵੱਲੋਂ ਜਿਹੜਾ ਜੀਵ ਸੁੰਨਾ ਹੈ, ਕਹਿੰਦੇ ਉਹਦੀ ਕਹਿੰਦੇ ਜਿਹੜੀ ਇਹ ਦੇਹ ਹੈ ਉਹ ਕਹਿੰਦੇ ਮਾਇਆ ਦੇ ਵਿੱਚ ਅੰਨੀ ਹੋਈ ਹੈ, ਉਸ ਦਾ ਸਰੀਰ ਮਾਇਆ ਦੇ ਵਿੱਚ ਹੀ ਲੱਗਿਆ ਹੈ। ਨਾਨਕ ਜੀ ਕਹਿੰਦੇ ਨੇ ਆਉਣਾ ਇਸ ਜਗਤ 'ਤੇ ਮਨੁੱਖਾ ਜਨਮ ਉਹਨਾਂ ਦਾ ਸਫਲ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਚਾ ਪਰਮੇਸ਼ਰ ਵਸ ਗਿਆ। ਸ਼ੰਤ ਤਿੰਨ ਖੰਨੀਆਂ ਵੰਜਾਂ, ਜਿਨ ਮੇਰਾ ਹਰ ਪ੍ਰਭ ਡੀਠਾ ਰਾਮ, ਜਨ ਚਾਖ ਅਗਾਣੇ, ਹਰ ਹਰ ਅੰਮ੍ਰਿਤ ਮੀਠਾ ਰਾਮ। ਕਹਿੰਦੇ ਜਿਸ ਜੀਵ ਨੇ ਮੇਰੇ ਪਰਮੇਸ਼ਰ ਦਾ ਦੀਦਾਰ ਕਰ ਲਿਆ ਉਦੋਂ ਮੈਂ ਸਦਕੇ ਜਾਵਾਂ, ਕਹਿੰਦੇ ਆਪਣੇ ਸਰੀਰ ਦੇ ਟੋਟੇ ਕਰਦਿਆਂ ਵਾਰਦਿਆਂ ਉਹਦੇ ਉੱਪਰੋਂ ਜਿਹਨੇ ਪਰਮੇਸ਼ਰ ਨੂੰ ਪਾ ਲਿਆ। ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਦਾ ਮਿੱਠਾ ਅੰਮ੍ਰਿਤ ਰੂਪੀ ਨਾਮ ਚੱਖਿਆ ਉਹ ਕਹਿੰਦੇ ਤ੍ਰਿਪਤ ਹੋ ਗਏ ਮਾਇਆ ਵੱਲੋਂ, ਵਿਕਾਰਾਂ ਵੱਲੋਂ ਉਹਨਾਂ ਦੀ ਖਲਾਸੀ ਹੋ ਗਈ। ਜਿਨ੍ਹਾਂ ਨੂੰ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਮਿੱਠਾ ਲੱਗਿਆ ਉਹਨਾਂ ਨੇ ਤ੍ਰਿਪਤੀ ਪਾ ਲਈ। ਹਰ ਮਨੈ ਮੀਠਾ ਪ੍ਰਭੂ ਤੂਠਾ, ਅਮਿਓ ਊਠਾ ਸੁਖ ਪਏ, ਦੁਖ ਨਾਸ ਭਰਮ ਬਿਨਾਸ ਤਨ ਤੇ, ਜਪ ਜਗਦੀਸ਼ ਈਸੈ ਜੈ ਜੈ। ਜਿਨ੍ਹਾਂ ਨੇ ਕਹਿੰਦੇ ਉਸ ਪਰਮੇਸ਼ਰ ਦੀ ਜੈ ਜੈਕਾਰ ਕੀਤੀ, ਉਹਦੀ ਸਿਫਤ ਸਲਾਹ ਕੀਤੀ, ਉਹਨਾਂ ਦੇ ਅੰਦਰੋਂ ਸਾਰੇ ਦੁੱਖ ਭਰਮ ਤਨ ਦੇ ਰੋਗ ਸਾਰੇ ਖਤਮ ਹੋ ਗਏ। ਉਹਨਾਂ ਦੇ ਕਹਿੰਦੇ ਮਨ ਵਿੱਚ ਪਰਮੇਸ਼ਰ ਮਿੱਠਾ ਲੱਗਣ ਲੱਗ ਗਿਆ, ਪਰਮੇਸ਼ਰ ਉਹਨਾਂ 'ਤੇ ਪ੍ਰਸੰਨ ਹੋ ਗਿਆ, ਪਰਮੇਸ਼ਰ ਉਹਨਾਂ ਦੇ ਹਿਰਦੇ ਵਿੱਚ ਵਸ ਗਿਆ ਅਤੇ ਉਹਨਾਂ ਨੇ ਸਾਰੇ ਸੁੱਖ ਆਨੰਦ ਪਾ ਲਏ। ਵਾਹਿਗੁਰੂ ਜੀ, ਵਾਹਿਗੁਰੂ ਜੀ। ਮੋਹ ਰਹਿਤ ਵਿਕਾਰ ਥਾਕੇ, ਪੰਚ ਤੇ ਸੰਗ ਟੂਟਾ, ਕਹੋ ਨਾਨਕ ਤਿਨ ਖੰਨੀਐ ਵੰਜਾਂ, ਜਿਨ ਘਟ ਮੇਰਾ ਹਰ ਪ੍ਰਭ ਊਠਾ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਪਰਮੇਸ਼ਰ ਦਾ ਨਾਮ ਜਪਿਆ ਉਹ ਮਾਇਆ ਦੇ ਮੋਹ ਤੋਂ ਰਹਿਤ ਹੋ ਗਿਆ, ਉਹਦੇ ਵਿਕਾਰ ਖਤਮ ਹੋ ਗਏ। ਜਿਹੜੇ ਪੰਜ ਕਾਮਾਦਿਕ ਵੈਰੀ ਨੇ ਉਹਨਾਂ ਦੇ ਨਾਲੋਂ ਉਹਦਾ ਸਾਥ ਟੁੱਟ ਗਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲੋਂ। ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਵਾਂ ਜਿਨ੍ਹਾਂ ਦੇ ਹਿਰਦੇ ਵਿੱਚ ਮੇਰਾ ਪਰਮੇਸ਼ਰ ਵਸ ਗਿਆ, ਉਹਨਾਂ ਤੋਂ ਮੈਂ ਆਪਣੀ ਜਿੰਦ ਟੋਟੇ ਟੋਟੇ ਕਰ ਦਿਆਂ। ਸ਼ਲੋਕ ਜੋ ਲੋੜੀਂਦੇ ਰਾਮ, ਸੇਵਕ ਸੇਈ ਕਾਂਢਿਆ,
ਨਾਨਕ ਜਾਣੇ ਸਤ ਸਾਈਂ ਸੰਤ ਨ ਬਾਹਰਾ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਜਿਹੜੇ ਪਰਮੇਸ਼ਰ ਨੂੰ ਪਾਉਣਾ ਚਾਹੁੰਦੇ ਨੇ ਉਹੀ ਉਹਦੇ ਸੇਵਕ ਮੰਨੇ ਜਾਂਦੇ ਨੇ। ਨਾਨਕ ਜੀ ਕਹਿੰਦੇ ਨੇ ਸੰਤ ਤੇ ਪਰਮੇਸ਼ਰ ਵਿੱਚ ਫਰਕ ਨਾ ਸਮਝਿਓ। ਸੰਤ ਸਾਈਂ ਦਾ ਰੂਪ ਹੈ, ਜਿਹਨੇ ਸੰਤ ਨੇ ਆਪ ਪਰਮੇਸ਼ਰ ਨੂੰ ਪਾ ਲਿਆ। ਸ਼ੰਤ ਮਿਲ ਜਲ ਜਲੈ ਖਟਾਨਾ ਰਾਮ, ਸੰਗ ਜੋਤੀ ਜੋਤ ਮਿਲਾਨਾ ਰਾਮ। ਸਮਾਏ ਪੂਰਨ ਪੁਰਖ ਕਰਤੇ, ਆਪ ਆਪੈ ਜਾਣੀਐ। ਤਹਿ ਸੁਨ ਸਹਿਜ ਸਮਾਦ ਲਾਗੀ, ਏਕ ਏਕ ਵਖਾਣੀਐ। ਆਪ ਗੁਪਤਾ ਆਪ ਮੁਕਤਾ, ਆਪ ਆਪ ਵਖਾਨਾ। ਆਪ ਗੁਪਤਾ ਆਪ ਮੁਕਤਾ, ਆਪ ਵਖਾਨਾ। ਨਾਨਕ ਬ੍ਰਹਮ ਭੈ ਗੁਣ ਬਿਨਾਸੇ, ਮਿਲ ਜਲ ਜਲੈ ਖਟਾਨਾ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਨੂੰ ਮਿਲਾ ਦਈਏ ਤਾਂ ਉਹਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਪਾਣੀ ਵਿੱਚ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦਾ। ਇਸ ਤਰ੍ਹਾਂ ਹੀ ਸੰਤ ਦੀ ਆਤਮਾ ਪਰਮੇਸ਼ਰ ਦੀ ਆਤਮਾ, ਸੰਤ ਦੀ ਆਤਮਾ ਪਰਮਾਤਮਾ ਪਰਮ ਆਤਮਾ ਵਿੱਚ ਮਿਲ ਕੇ ਇੱਕ ਸੰਗ ਹੋ ਜਾਂਦੀ ਹੈ। ਜੋਤੀ ਵਿੱਚ ਜੋਤ ਵਿੱਚ ਜੋਤੀ ਮਿਲ ਜਾਂਦੀ ਹੈ। ਆਤਮਾ ਪਰਮਾਤਮਾ ਦਾ ਮੇਲ ਹੋ ਜਾਂਦਾ ਹੈ। ਜਿਹੜੇ ਜੀਵ ਕਹਿੰਦੇ ਪਰਮੇਸ਼ਰ ਵਿੱਚ ਸਮਾ ਜਾਂਦੇ ਨੇ, ਫਿਰ ਉਹ ਆਪਣੇ ਆਪੇ ਦੀ ਅੰਦਰੋਂ ਪਹਿਚਾਣ ਕਰ ਲੈਂਦੇ ਨੇ। ਉਹ ਕਹਿੰਦੇ ਇੱਕ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ। ਵਿਕਾਰਾਂ ਵਿੱਚੋਂ ਜਿੱਥੇ ਸੁੰਨ ਹੋ ਜਾਂਦੀ ਆ, ਸਿਰਫ ਉਹ ਉਸ ਇੱਕ ਪਰਮੇਸ਼ਰ ਦਾ ਨਾਮ ਹੀ ਜਪਦੇ ਨੇ। ਉਹ ਪਰਮੇਸ਼ਰ ਜੋ ਸੰਸਾਰ ਵਿੱਚ ਗੁਪਤ ਰੂਪ ਵਿੱਚ ਲੁਕਿਆ ਵੀ ਹੋਇਆ ਤੇ ਆਪ ਮੁਕਤਾ ਵੀ, ਨਿਰਲੇਪ ਵੀ ਹੈ, ਤੇ ਸਾਰਿਆਂ ਵਿੱਚ ਵਿਆਪਕ ਹੋਣ ਕਰਕੇ ਆਪ ਹੀ ਆਪਣੇ ਆਪ ਦਾ ਨਾਮ ਵੀ ਉਚਾਰ ਰਿਹਾ ਹੈ। ਨਾਨਕ ਜੀ ਕਹਿੰਦੇ ਨੇ ਜਿਸ ਤਰ੍ਹਾਂ ਜਿਹੜੇ ਜੀਵ ਪਰਮੇਸ਼ਰ ਦੇ ਵਿੱਚ ਮਿਲ ਜਾਂਦੇ ਨੇ, ਜਿਵੇਂ ਪਾਣੀ ਵਿੱਚ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦਾ, ਉਹਨਾਂ ਦੇ ਸਾਰੇ ਭਰਮ ਡਰ ਸਭ ਖਤਮ ਹੋ ਜਾਂਦੇ ਨੇ। ਉਹਨਾਂ ਦੇ ਮਾਇਆ ਦੇ ਤਿੰਨੇ ਗੁਣ ਵੀ ਖਤਮ ਹੋ ਜਾਂਦੇ ਨੇ। ਉਹ ਚੌਥੀ ਆਤਮਿਕ ਅਵਸਥਾ ਵਿੱਚ ਪਹੁੰਚ ਜਾਂਦੇ ਨੇ। ਵਡਹੰਸ ਮਹੱਲਾ ਪੰਜਵਾਂ। ਪ੍ਰਭ ਕਰਨ ਕਾਰਨ ਸਮਰਥਾ ਰਾਮ, ਰੱਖ ਜਗਤ ਸਗਲ ਦੇ ਹੱਥਾ ਰਾਮ। ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਸਭ ਕੁਝ ਕਰਨ ਕਾਰਨ ਸਮਰੱਥ ਹੈ। ਉਹਨੇ ਆਪਣਾ ਹੱਥ ਦੇ ਕੇ ਇਸ ਜਗਤ ਨੂੰ ਰੱਖਿਆ ਹੋਇਆ ਹੈ, ਆਪਦੇ ਆਸਰੇ ਤੇ ਜਗਤ ਨੂੰ ਰੱਖਿਆ ਹੋਇਆ ਹੈ। ਸਮਰੱਥ ਸਰਨਾ ਜੋਗ ਸੁਆਮੀ, ਕਿਰਪਾ ਨਿਧ ਸੁਖ ਦਾਤਾ। ਹਉ ਕੁਰਬਾਣੀ ਦਾਸ ਤੇਰੇ, ਜਿਨੀ ਏਕ ਪਛਾਤਾ। ਕਹਿੰਦੇ ਉਹ ਪਰਮੇਸ਼ਰ ਸਰਨਯੋਗ ਹੈ। ਅਸੀਂ ਉਹਦੀ ਸ਼ਰਨ ਆਉਂਦੇ ਹਾਂ ਤੇ ਉਹ ਸਾਨੂੰ ਸਹਾਰਾ ਦੇਣ ਦੀ ਸਮਰੱਥਾ ਰੱਖਦਾ ਹੈ। ਉਹ ਕਹਿੰਦੇ ਕਿਰਪਾ ਦਾ ਸਾਗਰ ਹੈ, ਸੁੱਖ ਦੇਣ ਵਾਲਾ ਹੈ। ਕਹਿੰਦੇ ਮੈਂ ਉਹਦੇ ਦਾਸਾਂ ਤੋਂ ਵਾਰੇ ਜਾਵਾਂ ਜਿਨ੍ਹਾਂ ਨੇ ਉਹਦੇ ਨਾਲ ਜਾਣ ਪਹਿਚਾਣ ਪਾ ਲਈ ਆ, ਜਿਨ੍ਹਾਂ ਨੇ ਉਹਦੇ ਨਾਲ ਸਾਂਝ ਪਾ ਲਈ ਹੈ। ਵਰਨ ਚਿਹਨ ਨਾ ਜਾਏ ਲਖਿਆ, ਕਥਨ ਤੇ ਅਕਥਾ। ਬਿਨਵੰਤ ਨਾਨਕ ਸੁਣੋ ਬਿਨਤੀ, ਪ੍ਰਭ ਕਰਨ ਕਾਰਨ ਸਮਰਥਾ। ਕਹਿੰਦੇ ਪਰਮੇਸ਼ਰ ਦਾ ਕੋਈ ਰੰਗ ਰੂਪ ਵਰਨ ਚਿਹਨ ਨਹੀਂ ਹੈ ਜਿਸ ਕਰਕੇ ਆਪਾਂ ਪਰਮੇਸ਼ਰ ਦੇ ਸਰੂਪ ਨੂੰ ਵਰਣਨ ਕਰ ਸਕੀਏ। ਨਾਨਕ ਜੀ ਬੇਨਤੀ ਕਰਦੇ ਨੇ, ਪਰ ਉਹ ਪਰਮੇਸ਼ਰ ਸਭ ਕੁਝ ਕਰਨ ਕਾਰਨ ਦੀ ਸਮਰੱਥਾ ਰੱਖਦਾ ਹੈ। ਸਭ ਕੁਝ ਉਹਦਾ ਕੀਤਾ ਜਗਤ ਵਿੱਚ ਹੋ ਰਿਹਾ ਹੈ। ਇਹ ਜੀ ਤੇਰੇ ਤੂੰ ਕਰਤਾ ਰਾਮ, ਪ੍ਰਭ ਦੁਖ ਦਰਦ ਪ੍ਰਮ ਹਰਤਾ ਰਾਮ।
ਕਹਿੰਦੇ ਹੇ ਪਰਮੇਸ਼ਰ ਜੀ, ਸਾਰੇ ਜੀ ਤੇਰੇ ਨੇ, ਤੂੰ ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਤੂੰ ਸਾਰਿਆਂ ਦੇ ਦੁੱਖ, ਦਰਦ, ਸਹਿਮ, ਭਰਮ ਸਭ ਕੁਝ ਤੂੰ ਉਹਨਾਂ ਦੇ ਨਾਸ਼ ਕਰਨ ਵਾਲਾ ਹੈ। ਭਰਮ ਦੁਖ ਦਰਦ ਨਿਵਾਰ ਖਿਨ ਮੈਂ, ਰੱਖ ਲਿਹੋ ਦੀਨ ਦਿਆਲਾ। ਮਾਤ ਪਿਤਾ ਸੁਆਮ ਸੱਜਣ, ਸਭ ਜਗਤ ਬਾਲ ਗੋਪਾਲਾ। ਕਹਿੰਦੇ ਹੇ ਦੀਨਾਂ ਤੇ ਦਇਆ ਕਰਨ ਵਾਲੇ ਪਰਮੇਸ਼ਰ ਜੀ, ਸਾਨੂੰ ਤੁਸੀਂ ਕਹਿੰਦੇ ਇੱਕ ਪਲ ਦੇ ਵਿੱਚ ਸਾਡੇ ਸਾਰੇ ਦੁੱਖ ਦਰਦ ਦੂਰ ਕਰ ਦਿੰਦੇ ਹੋ। ਸਾਨੂੰ ਸੁੱਖਾਂ ਦੀ ਦਾਤ ਬਖਸ਼ ਦਿੰਦੇ ਹੋ। ਤੁਸੀਂ ਸਾਡੇ ਮਾਤਾ ਪਿਤਾ ਹੋ, ਮਾਲਕ ਹੋ, ਮਿੱਤਰ ਹੋ ਸਾਰੇ ਜਗਤ ਦੇ, ਅਤੇ ਸਾਰਾ ਜਗਤ ਤੁਹਾਡੇ ਬੱਚੇ ਹੈ। ਜੋ ਸਰਣ ਆਵੈ ਗੁਣ ਨਿਧਾਨ ਪਾਵੈ, ਸੋ ਬਹੁੜ ਜਨਮ ਨਾ ਮਰਤਾ। ਬਿਨਵੰਤ ਨਾਨਕ ਦਾਸ ਤੇਰਾ, ਸਭ ਜੀ ਤੇਰੇ ਤੂੰ ਕਰਤਾ। ਜੋ ਪਰਮੇਸ਼ਰ ਜੀ ਤੁਹਾਡੀ ਸ਼ਰਨ ਆਉਂਦਾ ਹੈ, ਉਹ ਤੁਹਾਡੇ ਕੋਲੋਂ ਗੁਣਾਂ ਦੇ ਖਜ਼ਾਨੇ ਪਾਉਂਦਾ ਹੈ, ਅਤੇ ਉਹਨਾਂ ਦਾ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ, ਆਵਾਗਮਨ ਖਤਮ ਹੋ ਜਾਂਦਾ ਹੈ। ਉਹ ਨਾ ਜਨਮਦੇ ਨੇ ਨਾ ਮਰਦੇ ਨੇ, ਉਹ ਅਟੱਲ ਹੋ ਜਾਂਦੇ ਨੇ। ਨਾਨਕ ਜੀ ਬੇਨਤੀ ਕਰਦੇ ਨੇ, ਹੇ ਪਰਮੇਸ਼ਰ ਜੀ, ਅਸੀਂ ਤੁਹਾਡੇ ਦਾਸ ਹਾਂ, ਤੁਸੀਂ ਸਭ ਕੁਛ ਕਰਨ ਸਮਰੱਥ ਹੋ। ਆਠ ਪਹਿਰ ਹਰ ਧਿਆਈਐ ਰਾਮ, ਮਨ ਇਛੜਿਆ ਫਲ ਪਾਈਐ ਰਾਮ। ਕਹਿੰਦੇ ਅੱਠੇ ਪਹਿਰ ਉਸ ਪਰਮੇਸ਼ਰ ਦੀ ਆਰਾਧਨਾ ਕਰੀਏ ਅਤੇ ਮਨ ਦੀਆਂ ਇੱਛਾ ਪੂਰੀਆਂ ਕਰ ਲਈਏ। ਮਨ ਇੱਛ ਪਾਈਐ ਪ੍ਰਭ ਤੇ ਆਈਐ, ਮਿਟੈ ਜਮ ਕੇ ਤਰਾਸਾ। ਗੋਬਿੰਦ ਗਾਇਆ ਸਾਧ ਸੰਗਾਇਆ, ਭਈ ਪੂਰਨ ਆਸਾ। ਕਹਿੰਦੇ ਪਰਮੇਸ਼ਰ ਦੀ ਆਰਾਧਨਾ ਕਰਕੇ ਮਨ ਦੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ, ਜਮਾਂ ਦਾ ਕੋਈ ਡਰ ਨਹੀਂ ਰਹਿੰਦਾ। ਸਾਧ ਦੀ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਿਆਂ ਸਾਰੀਆਂ ਆਸਾਂ ਪੂਰਨ ਹੋ ਜਾਂਦੀਆਂ ਨੇ। ਸਭ ਤੋਂ ਵੱਡੀ ਤੇ ਆਸ ਹੈ ਪਰਮੇਸ਼ਰ ਦੀ ਪ੍ਰਾਪਤੀ ਦੀ। ਪਰਮੇਸ਼ਰ ਮਿਲ ਗਿਆ ਤਾਂ ਪਿੱਛੇ ਕੁਛ ਵੀ ਨਹੀਂ ਰਹਿ ਗਿਆ। ਤਜ ਮਾਨ ਮੋਹ ਵਿਕਾਰ ਸਗਲੇ, ਪ੍ਰਭੂ ਕੈ ਮਨ ਪਾਈਐ। ਬਿਨਵੰਤ ਨਾਨਕ ਦਿਨ ਸਰੈਣੀ, ਸਦਾ ਹਰ ਹਰ ਧਿਆਈਐ। ਨਾਨਕ ਜੀ ਬੇਨਤੀ ਕਰਦੇ ਨੇ ਕਿ ਦਿਨ ਰਾਤ ਸਦਾ ਹੀ ਪਰਮੇਸ਼ਰ ਨੂੰ ਧਿਆਈਏ। ਜਦੋਂ ਕਹਿੰਦੇ ਪਰਮੇਸ਼ਰ ਦੇ ਮਨ ਨੂੰ ਭਾ ਜਾਂਦੇ ਹਾਂ ਤਾਂ ਸਾਡੇ ਸਾਰੇ ਹੀ ਮੋਹ ਵਿਕਾਰ ਹੰਕਾਰ ਸਭ ਕੁਛ ਖਤਮ ਹੋ ਜਾਂਦਾ ਜਦੋਂ ਜੀਵ ਪਰਮੇਸ਼ਰ ਦੇ ਮਨ ਨੂੰ ਭਾ ਜਾਂਦਾ। ਦਰਵਾਜੇ ਅਨਹਤ ਵਾਜੇ ਰਾਮ, ਘਟ ਘਟ ਹਰ ਗੋਬਿੰਦ ਗਾਜੇ ਰਾਮ। ਜਿਸ ਜੀਵ ਦੇ ਅੰਦਰ ਕਹਿੰਦੇ ਪਰਮੇਸ਼ਰ ਹਿਰਦੇ ਵਿੱਚ ਵਸ ਜਾਂਦਾ, ਉਹ ਜੀਵ ਦੇ ਅੰਦਰ ਚੜ੍ਹਦੀ ਕਲਾ ਆ ਜਾਂਦੀ ਆ। ਉਹਦੇ ਅੰਦਰ ਇੱਕ ਰਸ ਅਨਹਦ ਵਾਜੇ ਵੱਜਦੇ ਨੇ, ਇੱਕ ਰਸ ਬਾਣੀ ਨਿਰੰਤਰ ਚੱਲਦੀ ਆ, ਬੜਾ ਆਨੰਦ ਵੱਜਦਾ। ਗੋਬਿੰਦ ਗਾਜੇ ਸਦਾ ਬਿਰਾਜੇ, ਅਗੰਮ ਅਗੋਚਰ ਊਚਾ। ਗੁਣ ਬੇਅੰਤ ਕਿਛ ਕਹਿਣ ਨ ਜਾਈ, ਕੋਇ ਨ ਸਕੈ ਪਹੁੰਚਾ। ਜਿਸ ਜੀਵ ਦੇ ਅੰਦਰ ਕਹਿੰਦੇ ਉਹ ਪਰਮੇਸ਼ਰ ਜੋ ਸਭ ਤੋਂ ਉੱਚਾ ਹੈ, ਜੇ ਤੱਕ ਸਾਡੀ ਪਹੁੰਚ ਨਹੀਂ ਹੈ, ਗਿਆਨ ਇੰਦਰੀਆਂ ਨਹੀਂ ਪਹੁੰਚ ਕਰ ਸਕਦੀਆਂ, ਉਹ ਪਰਮੇਸ਼ਰ ਜਿਸ ਜੀਵ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਕਹਿੰਦੇ ਉਹਦੇ ਗੁਣ ਬੇਅੰਤ ਕਿਛ ਕਹਿਣ ਨਾ ਜਾਈ, ਕੋਇ ਨਾ ਸਕੇ ਪਹੁੰਚਾ। ਉਸ ਜੀਵ ਦੀ ਬਰਾਬਰੀ ਕੋਈ ਕਰ ਨਹੀਂ ਸਕਦਾ, ਕਿਉਂਕਿ ਉਹਦੇ ਅੰਦਰ ਉਹ ਪਰਮੇਸ਼ਰ ਵਸ ਗਿਆ ਜਿਹਦੇ ਬਹੁਤ ਗੁਣ ਨੇ, ਜਿਹਦੇ ਗੁਣਾਂ ਦਾ ਅਸੀਂ ਪਾਰ ਨਹੀਂ ਪਾ ਸਕਦੇ, ਜਿਹਦੇ ਗੁਣ ਸਾਰੇ ਅਸੀਂ ਕਹਿ ਨਹੀਂ ਸਕਦੇ।
आप उपाए आप प्रतपाले जी जंत सब साजे बिनवंत नानक सुख नाम भगति दर वजे अनहद वाजे। ਹਾਂਜੀ ਸੰਗਤ ਜੀ, ਪਰਮੇਸ਼ਰ ਕਹਿੰਦੇ ਪਰਮੇਸ਼ਰ ਜੀ ਤੁਸੀਂ ਆਪ ਹੀ ਸਾਰੇ ਜੀ ਉਪਾਏ ਨੇ, ਸਾਰੇ ਆਪ ਹੀ ਪੈਦਾ ਕੀਤੇ ਨੇ, ਸਾਰਿਆਂ ਨੂੰ ਆਪ ਹੀ ਇਹਨਾਂ ਦੀ ਪਾਲਣਾ ਕਰ ਸਕਦੇ ਹੋ, ਕਰਦੇ ਹੋ ਆਪ ਹੀ। ਫਿਰ ਕਹਿੰਦੇ ਇਹਨਾਂ ਦੇ ਜੀਵਨ ਨੂੰ ਸਵਾਰਦੇ ਹੋ, ਜੀਵ ਦਾ ਸਭ ਕੁਝ ਕਰਨ ਵਾਲੇ ਤੁਸੀਂ ਹੋ ਕਹਿੰਦੇ। ਫਿਰ ਨਾਨਕ ਜੀ ਬੇਨਤੀ ਕਰਦੇ ਨੇ ਵੀ ਤੁਹਾਡੇ ਨਾਮ ਦੇ ਨਾਲ ਪਰਮੇਸ਼ਰ ਜੀ ਸੁੱਖ ਮਿਲਦਾ। ਜਿਹੜੇ ਜੀਵ ਤੁਹਾਡੀ ਭਗਤੀ ਕਰਦੇ ਨੇ ਉਹਨਾਂ ਦੇ ਅੰਦਰ ਅਨਹਦ ਵਾਜੇ ਵੱਜਦੇ ਨੇ, ਬਾਣੀ ਨਿਰੰਤਰ ਚੱਲਦੀ ਆ, ਉਹ ਸਦਾ ਸੁੱਖ ਆਨੰਦ ਦਾ ਜੀਵਨ ਬਤੀਤ ਕਰਦੇ ਨੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਹੈ, ਪਰਮੇਸ਼ਰ ਦੀ ਭਗਤੀ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ, ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।